हे पिता, तेरा धन्नवाद ते तेरा शुक्र करदी आं, तेरा धन्नवाद ते तेरा शुक्र करदी आं मेरे स्वर्गी पिता। तेरा नाम पाक मन्निया जावे, तेरा राज आवे। ਜਿਹੜੀ ਸਵਰਗ 'ਚ ਮਰਜ਼ੀ ਪੂਰੀ ਹੁੰਦੀ ਉਹ ਧਰਤੀ ਉੱਤੇ ਵੀ ਹੋਵੇ। ਸਾਡੇ ਪਾਪਾਂ ਨੂੰ ਮਾफ़ ਕਰੋ, ਸਾਡੇ ਕਰਜ਼ਿਆਂ ਨੂੰ ਮਾफ़ ਕਰੋ, ਅਸੀਂ ਵੀ ਆਪਣੇ ਹਰ ਕਰਜ਼ਾਈ ਨੂੰ ਮਾफ़ ਕਰਦੇ ਹਾਂ। ਸਵਰਗੀ ਪਿਤਾ, ਰੋਜ਼ ਦੀ ਰੋਟੀ ਸਾਨੂੰ ਅੱਜ ਦਿਓ, ਸਾਨੂੰ ਪ੍ਰਤਾਵੇ ਵਿੱਚ ਨਾ ਲਿਆਈ, ਸਗੋਂ ਹਰ ਬਲਾ ਤੋਂ ਬਚਾਈ। ਆਮੀਨ ਆਮੀਨ। हे ਪਿਤਾ, ਇਸ ਮੌਕੇ ਲਈ, ਇਸ ਸਮੇਂ ਲਈ ਮੈਂ ਕੋਟਾਨ ਕੋਟ ਆਪ ਦਾ ਧੰਨਵਾਦ ਕਰਦੀ ਹਾਂ। हे ਮੇਰੇ ਸਵਰਗੀ ਪਿਤਾ ਯਿਸੂ ਨਾਸਰੀ, ਮੈਂ ਲੱਖ ਲੱਖ ਸ਼ੁਕਰ ਕਰਦੀ ਹਾਂ ਕਿ ਤੁਸੀਂ ਇਸ ਫਲੈਸ਼ ਨੂੰ ਹਾਲੇਲੂਇਆ 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 ਗੂੜੀ ਨੀਂਦ ਵਿੱਚੋਂ ਕੱਢ ਕੇ ਆਪਣੀ ਗੋਦ ਵਿੱਚ ਬਿਠਾ ਲਿਆ ਆ। हे ਪਿਤਾ, ਤੇਰਾ ਧੰਨਵਾਦ ਕਰਦੀ ਹਾਂ, ਤੇਰਾ ਲੱਖ ਲੱਖ ਤੇ ਕਰੋੜ ਕਰੋੜ ਧੰਨਵਾਦ ਕਰਦੀ ਹਾਂ। ਹਰ ਵੇਲੇ ਇਹ ਦੁਹਾਈ ਦਿੰਦੀ ਹਾਂ ਕਿ ਪਾਪਣ ਨੀਂਦੇ ਨੀ, ਪਾਪਣ ਨੀਂਦੇ ਮੇਰੀਆਂ ਲੱਗੀਆਂ ਨਾ ਤੋੜ, ਪਾਪਣ ਨੀਂਦੇ ਨੀ, ਮੈਨੂੰ ਤੇਰੀ ਨਹੀਂ ਲੋੜ, ਇੰਨੀ ਕੀ ਲੋੜ ਹੈ ਜਿੰਨੀ ਨਾ ਬਸ ਸਰੀਰ ਚੱਲਦਾ ਰਹੇ। ਸਰੀਰ ਨੂੰ ਜਿੰਨੀ ਕੀ ਜ਼ਰੂਰਤ, ਜੇ 4-5 ਘੰਟੇ ਦੀ ਨੀਂਦ ਆ ਜਾਵੇ ਤਾਂ ਬਹੁਤ ਆ। ਹਾਲੇਲੂਇਆ, ਬਹੁਤ ਆ। ਹਾਲੇਲੂਇਆ। ਇੰਨੀ ਨੀਂਦ ਤੋਂ ਵੱਧ ਸੌਂ ਕੇ ਕੀ ਕਰਨਾ। ਇੱਕ ਦਿਨ ਸੌਵਣ ਹੋਏਗੋ ਲੰਬੇ ਗੋਡ ਪਸਾਰ, ਇੱਕ ਦਿਨ ਸੌਂ ਜਾਣਾ ਐਸੀ ਨੀਂਦੇ ਲੰਬੇ ਗੋਡ ਪਸਾਰ ਕੇ ਸੌਂ ਜਾਣਾ। ਕਿਹਨੇ ਜਗਾਉਣਾ ਨਹੀਂਗਾ ਤੈਨੂੰ, ਕਿਹਨੇ ਨਹੀਂ ਜਗਾਉਣਾ। ਉਹ ਬੰਦਿਆ, ਤੈਨੂੰ ਕਿਹਨੇ ਨਹੀਂ ਬੁਲਾਉਣਾ। ਇੱਕ ਦਿਨ ਐਸੀ ਨੀਂਦੇ ਸੌਣਾ, ਤੈਨੂੰ ਕਿਹਨੇ ਨਹੀਂ ਜਗਾਉਣਾ, ਤੈਨੂੰ ਕਿਹਨੇ ਨਹੀਂ ਬੁਲਾਉਣਾ। ਲੱਖ ਆਵਾਜ਼ਾਂ ਮਾਰਨ ਫਿਰ ਤੈਨੂੰ ਜਾਗ ਨਹੀਂ ਆਉਣੀ, ਲੱਖ ਧਾਹਾਂ ਮਾਰਨ, ਚੀਕਾਂ ਮਾਰਨ, ਤੈਨੂੰ ਜਾਗ ਨਹੀਂ ਆਉਣੀ। ਹੁਣ ਤੂੰ ਜਾਗ ਸਕਦਾ ਆ, ਹੁਣ ਤੂੰ ਰਾਤਾਂ ਨੂੰ ਜਾਗ ਕੇ ਪਰਮੇਸ਼ਰ ਦੇ ਨਾਲ ਬਹੁਤ ਇਕਾਂਤ ਵਿੱਚ ਬੈਠ ਸਕਦਾ ਹੈ। ਇਹ ਸਮਾਂ ਜਿਹੜਾ ਆ ਤੈਨੂੰ ਮੁੜ ਕੇ ਬੰਦਿਆ ਹੱਥ ਨਹੀਂ ਆਉਣਾ। हे ਮੇਰੇ ਪਿਤਾ, ਤੇਰੇ ਬਚਨ ਦੇ ਵਿੱਚ ਲਿਖਿਆ ਹੋਇਆ, हे ਮੇਰੇ ਪਿਤਾ, ਤੇਰੀ ਜਿਹਦੇ 'ਤੇ ਕਿਰਪਾ ਹੋਵੇ, ਜਿਹਦੇ ਤੂੰ ਦਿਆਲ ਹੋਵੇਂ, ਉਹਨੂੰ ਰੂੜੀ ਤੋਂ ਚੁੱਕ ਕੇ ਪਤਵੰਤ ਤੇ ਸੱਜਣਾ ਵਿੱਚ ਬਿਠਾ ਲੈਣਾ ਆ। हे ਮੇਰੇ ਪਿਤਾ, ਆਪਣੀ ਬੱਚੀ ਨੂੰ ਤੁਸੀਂ ਰੂੜੀ ਤੋਂ ਚੁੱਕ ਕੇ ਪਤਵੰਤ ਤੇ ਸੱਜਣਾ ਵਿੱਚ ਬਿਠਾ ਲਿਆ। ਹਾਲੇਲੂਇਆ। ਰੁੜਦੇ ਜਾਂਦੇ ਨੂੰ ਬੰਨੇ ਲਾ ਲਿਆ। ਤੇਰਾ ਧੰਨਵਾਦ 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 ਮੇਰੇ ਪਿਤਾ, ਤੂੰ ਸਮਝ ਦੇ ਦਿੱਤੀ ਹੈ ਇਸ ਉਮਰ ਦੇ ਵਿੱਚ। ਹਾਲੇਲੂਇਆ ਹਾਲੇਲੂਇਆ। ਉਹ ਪਿਤਾ, ਤੂੰ ਸਮਝ ਦਿੱਤੀ ਕਿ ਇੱਕੋ ਇੱਕ ਤੂੰ ਪਰਮੇਸ਼ਰ ਆ, ਹੋਰ ਕੋਈ ਦੂਜਾ ਨਾਮ ਪਰਮੇਸ਼ਰ ਦਾ ਨਹੀਂ। ਇਹ ਪਿਤਾ, ਤੇਰਾ ਧੰਨਵਾਦ, ਤੇਰਾ ਧੰਨਵਾਦ। ਅਲਫਾ ਤੇ ਮੇਗਾ, ਤੇਰਾ ਧੰਨਵਾਦ। ਆਦਿ ਅੰਤ ਤੇਰਾ ਧੰਨਵਾਦ ਪਿਤਾ ਜੀ। ਹਾਲੇਲੂਇਆ। ਤੇਰੀ ਹਜ਼ੂਰੀ ਦੇ ਵਿੱਚ, ਤੇਰੇ ਬਚਨ ਦੁਆਰਾ ਤੇਰੀ ਹਜ਼ੂਰੀ ਵਿੱਚ ਹਾਜ਼ਰ ਹਾਂ ਮੇਰੇ ਪਰਮੇਸ਼ਰ। ਤੇਰੇ ਬਚਨ ਵਿੱਚ ਜ਼ਬੂਰਾਂ ਦੇ 141 ਵਿੱਚ ਲਿਖਿਆ, ਹਾਲੇਲੂਇਆ, ਕਿ ਮੇਰੀ ਪ੍ਰਾਰਥਨਾ ਪ੍ਰਭੂ ਜੀ ਤੇਰੇ ਹਜ਼ੂਰ, ਹੇ ਯਹੋਵਾ, ਮੇਰੀ ਪ੍ਰਾਰਥਨਾ ਤੇ ਮੇਰੀ ਪੁਕਾਰ ਉੱਤੇ ਕੰਨ ਲਾ। ਮੇਰੀ ਪੁਕਾਰ ਨੂੰ ਸੁਣ ਤੇ ਮੇਰੀ ਪੁਕਾਰ ਉੱਤੇ ਕੰਨ ਲਾ ਪਿਤਾ। ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਸੁਗੰਧੀ ਵਾਂਗੂ ਠਹਿਰੇ, ਰਸਤੇ ਵਿੱਚ ਵੈਰੀ ਚਰਾ ਨਾ ਪਾਵੇ। ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਸੁਗੰਧੀ ਵਾਂਗੂ ਠਹਿਰੇ ਤੇ ਮੇਰੇ ਹੱਥਾਂ ਦਾ ਉਠਾਉਣਾ ਸੰਝ ਦੀ ਸਵੇਰ ਵਰਗਾ ਹੋਵੇ। ਮੇਰੇ ਬੁੱਲ੍ਹਾਂ ਦੇ ਉੱਤੇ ਤੇ ਮੇਰੇ ਮੂੰਹ ਦੇ ਦਰ ਦੇ ਉੱਤੇ ਰਾਖਾ ਬਿਠਾ ਦੇ ਤੇ 4 ਚੁਫੇਰੇ ਆਪਣੇ ਦੂਤਾਂ ਦੇ ਇਸ ਵੇਲੇ ਮੇਰੇ ਪਿਤਾ ਜੀ ਪਹਿਰੇ ਲਾ ਦੇ। ਤੁਸੀਂ ਲਾ ਦਿੱਤੇ ਆ, ਮੇਰੇ ਕਹਿਣ ਦੀ ਜ਼ਰੂਰਤ ਨਹੀਂ ਆ। ਪੇ ਨੂੰ ਇੰਨਾ ਫਿਕਰ ਹੁੰਦਾ ਕਿ ਮੇਰਾ ਬੱਚਾ ਡਿਸਟਰਬ ਨਾ ਹੋਵੇ, ਮੇਰਾ ਬੱਚਾ ਸਕੂਲ ਵਿੱਚ ਆਇਆ ਆ, ਸਕੂਲ 'ਚ ਪੜ੍ਹਨੇ ਗਿਆ ਆ ਅਤੇ ਸੋਹਣਾ ਪੜ੍ਹ ਕੇ ਆਵੇ। ਇਹ ਮੇਰੇ ਪਿਤਾ, ਤੇਰਾ ਧੰਨਵਾਦ, ਤੇਰਾ ਧੰਨਵਾਦ, ਤੇਰਾ ਧੰਨਵਾਦ। ਹਾਲੇਲੂਇਆ। ਮੇਰੇ ਮੂੰਹ 'ਤੇ ਇਸ ਵੇਲੇ ਪਹਿਰਾ ਰੱਖੀ, ਹਰ ਵੇਲੇ ਰੱਖੀ। ਬੁੱਲ੍ਹਾਂ ਦੇ ਦਰ ਦੇ ਉੱਤੇ ਰਾਖੇ ਬਿਠਾ ਕੇ ਰੱਖੀ। ਦਿਲ ਨੂੰ ਭੈੜੇ ਪਾਸੇ ਤੋਂ ਮੋੜ ਕੇ ਰੱਖੀ। ਕੋਈ ਦੁਨਿਆਵੀ ਫੁਰਨਾ ਨਾ ਇੱਥੇ ਹੋਵੇ, ਦੁਨਿਆਵੀ ਥੋਟ ਨਾ ਇੱਥੇ ਹੋਵੇ। ਸਭ ਸੋਚਾਂ ਤੇਰੀਆਂ ਹੋਣ, ਆਪਣੇ ਪਵਿੱਤਰ ਜਨਾਂ ਦੀ।
ਹੇ ਮੇਰੇ ਪਿਤਾ ਪਤਵੰਤੇ ਸੱਜਣਾਂ ਦੀ ਸੰਗਤ ਦੇ ਵਿੱਚ ਮੈਨੂੰ ਬਿਠਾਲ ਲਿਆ ਤੂੰ ਮੇਰੇ ਪਰਮੇਸ਼ਰ। ਤੇ ਉਸ ਮੰਡਲੀ ਦੇ ਵਿੱਚ ਤੇਰੀ ਦੇ ਵਿੱਚ ਹੁਣ ਬੈਠ ਕੇ ਪਿਤਾ ਬਚਨ ਬਲਾਸ ਜਿਹੜੇ ਤੁਸੀਂ ਕਰਾਉਣੇ ਆ, ਤੁਹਾਡਾ ਮੈਂ ਧੰਨਵਾਦ ਕਰਦੀ ਹਾਂ। ਤੁਸੀਂ ਇਸ ਸਪੀਕਰ ਨੂੰ ਯੂਜ਼ ਕੀਤਾ। ਇਸ ਤੂੰ ਮੇਰੇ ਪਰਮੇਸ਼ਰ ਤੂੰ ਚਾਹਵੇਂ ਖੋਤੀ ਕੋਲੋਂ, ਕਾਂ ਕੋਲੋਂ, ਕੁੱਤੇ ਕੋਲੋਂ, ਕਿਸੇ ਤੋਂ ਵੀ ਬਚਨ ਕਰਾ ਲਵੇ। ਮੇਰੇ ਵਰਗੇ ਕਰੋੜਾਂ ਤੇਰੀ ਹਜ਼ੂਰੀ ਦੇ ਵਿੱਚ ਮੈਂ ਉਹਨਾਂ ਦੇ ਪੈਰ ਵਰਗਾ ਵੀ ਬੱਚਾ ਨਹੀਂ ਹੋ ਸਕਦਾ, ਕਿਉਂਕਿ ਸਭ ਗੁਣ ਤੇਰੇ ਆ ਮੇਰੇ ਪਾਪਾ, ਸਭ ਗੁਣ ਤੇਰੇ ਆ। ਮੇਰਾ ਗੁਣ ਕੋਈ ਨਹੀਂ। ਇਹ ਸਰੀਰ ਵੀ ਤੇਰਾ ਆ, ਸਾਹ ਵੀ ਤੇਰੇ ਆ, ਫਲਸ਼ ਵੀ ਤੇਰੀ ਆ, ਅਤੇ ਬੋਲ ਬਚਨ ਜਿਹੜੇ ਬੋਲਣੇ ਆ, ਪੜ੍ਹਨੇ ਆ, ਸੁਣਨੇ ਆ, ਉਹ ਵੀ ਤੇਰੇ ਆ। ਸਰੋਤੇ ਵੀ ਤੇਰੇ ਆ, ਵਕਤੇ ਵੀ ਤੇਰੇ ਆ। ਇਹ ਮੇਰੇ ਪਿਤਾ ਤੇਰੇ ਤੋਂ ਸਿਵਾ ਤੇ ਦੂਜਾ ਕੁਛ ਹੈ ਹੀ ਨਹੀਂ। ਹਾਲੇਲੂਇਆ। ਹਵਾ ਵੀ ਤੇਰੀ ਆ, ਅੱਗ ਵੀ ਤੇਰੀ ਆ, ਪਾਣੀ ਵੀ ਤੇਰਾ ਆ, ਧਰਤੀ ਵੀ ਤੇਰੀ ਆ, ਆਕਾਸ਼ ਵੀ ਤੇਰਾ ਆ, ਚਾਨਣਾ ਵੀ ਤੇਰਾ ਆ ਅਤੇ ਹਨੇਰਾ ਵੀ ਤੇਰਾ ਆ। ਇਹ ਸਭ ਕੁਛ ਤੂੰ ਬਣਾਇਆ, ਆਪਣੇ ਬਚਨ ਨਾਲ ਬਣਾਇਆ, ਔਰ ਆਪਣੇ ਇਸ ਸਰੀਰ ਨੂੰ ਆਪਣੇ ਸਰੂਪ ਦੇ ਉੱਤੇ ਇਹਨਾਂ ਨੂੰ ਤੂੰ ਆਪਣੇ ਹੱਥ ਨਾਲ ਬਣਾਇਆ। ਹੱਥ ਨਾਲ ਬਣਾਇਆ। ਉਹ ਕਿੰਨਾ ਪਿਆਰਾ ਜਿਹਨੂੰ ਤੂੰ ਹੱਥ ਨਾਲ ਬਣਾਇਆ। ਪਿਤਾ ਇਹ ਸਭ ਕੁਛ ਤੇਰਾ ਆ। ਹੇ ਮੇਰੇ ਪਿਤਾ ਇਹ ਸਭ ਕੁਛ ਤੇਰਾ ਆ। ਇਹ ਪਿਤਾ ਇਹਦੇ ਕੋਲੋਂ ਇਸ ਵੇਲੇ ਹੋ ਮੇਰੇ ਦਾਤਿਆ ਜਿਹੜੇ ਬੋਲ ਬੋਲੇ ਉਹ ਹਰ ਘਰ ਦੇ ਵਿੱਚ ਬਰਕਤ ਲੈ ਕੇ ਆਉਣ। ਇਹ ਬੋਲ ਹਰ ਘਰ ਦੇ ਵਿੱਚ ਜਿੱਥੇ ਜਿੱਥੇ ਜਾਣ ਇਹ ਬੋਲ ਬਰਕਤ ਲੈ ਕੇ ਆਉਣ। ਇਹ ਬੋਲ ਸ਼ਾਂਤੀ ਲੈ ਕੇ ਆਉਣ। ਤੇਰੇ ਬਚਨ ਮੇਰੇ ਪਰਮੇਸ਼ਰ, ਤੇਰੇ ਬਚਨ, ਇਹ ਬਚਨ ਸ਼ਾਂਤੀ ਲੈ ਕੇ ਆਉਣ। ਇਹ ਬਚਨ ਸਮਝ ਲੈ ਕੇ ਆਉਣ। ਇਹ ਬਚਨ ਬੁੱਧੀ ਲੈ ਕੇ ਆਉਣ। ਇਹ ਬਚਨ ਅਕਲ ਲੈ ਕੇ ਆਉਣ। ਇਹ ਬਚਨ ਮਤ ਲੈ ਕੇ ਆਉਣ। ਹਰ ਘਰ ਵਿੱਚ, ਹਰ ਹਿਰਦੇ ਵਿੱਚ ਜਿਹੜੇ ਵੀ ਬੱਚੇ ਤੇਰੇ ਇਹਨੂੰ ਸੁਣਨੇ ਨਾ, ਤੇਰਿਆਂ ਬਚਨਾਂ ਨੂੰ, ਉਹਨਾਂ ਦੇ ਘਰ ਵਿੱਚ ਇਹ ਸਾਰੀਆਂ ਆਸ਼ੀਰਵਾਦਾਂ ਆ ਜਾਣ। ਜਿੰਨੀਆਂ ਆਸ਼ੀਰਵਾਦਾਂ ਤੁਸੀਂ ਅਬਰਾਹਿਮ ਨੂੰ ਦਿੱਤੀਆਂ, ਤੁਸੀਂ ਕਿਹਾ ਜਿੰਨੀਆਂ ਅਬਰਾਹਿਮ ਨੂੰ ਆਸ਼ੀਰਵਾਦਾਂ ਉਹ ਯਿਸੂ ਨਾਸਰੀ ਦੇ ਨਾਮ ਦੇ ਵਿੱਚ ਦਿਓ ਕੇ ਸਾਡੇ ਉੱਤੇ ਆ ਗਈਆਂ। ਹੇ ਮੇਰੇ ਪਰਮੇਸ਼ਰ ਇਹ ਸਾਰੀਆਂ ਆਸ਼ੀਰਵਾਦਾਂ ਹੈ ਮੇਰੇ ਪਰਮੇਸ਼ਰ। ਜਿਹੜਾ ਬੱਚਾ ਪ੍ਰੇਮ ਨਾਲ ਸੁਣੇ, ਧਿਆਨ ਦੇਵੇ, ਉਹਦਾ ਘਰ ਦੁੱਖਾਂ ਕਲੇਸ਼ਾਂ ਤੋਂ ਰਹਿਤ ਹੋ ਜਾਵੇ। ਦੁੱਖਾਂ ਕਲੇਸ਼ਾਂ ਤੋਂ ਰਹਿਤ ਹੋ ਜਾਵੇ। ਜਿਹੜਾ ਇਹਨਾਂ ਬਚਨਾਂ ਨੂੰ ਸੁਣੇ ਸ਼ਾਂਤੀ ਨਾਲ ਭਰ ਜਾਵੇ। ਸਮਝ ਆ ਜਾਵੇ ਕਿ ਕੀਆਂ ਤੋਂ ਆਪਾਂ ਸਟਾਰਟਿੰਗ ਕਰਨ ਲੱਗੇ ਹਾਂ। ਮਿੱਟੀ ਦੀਆਂ ਬਾਵਿਆ ਮਿੱਟੀ 'ਚ, ਓਏ ਮਿੱਟੀ ਦੀਆਂ ਬਾਵਿਆ ਮਿੱਟੀ 'ਚ ਮਿਲ ਜਾਣਾ। ਮਿੱਟੀ ਦਿਆ ਬਾਵਿਆ, ਓਏ ਮਿੱਟੀ ਦਿਆ ਬਾਵਿਆ, ਤੂੰ ਮਿੱਟੀ 'ਚ ਮਿਲ ਜਾਣਾ। ਕਾਹਦਾ ਤੂੰ ਮਾਣ ਕਰਦਾ, ਓਏ ਕਾਹਦਾ ਤੂੰ ਮਾਣ ਕਰਦਾ, ਤੇ ਇੱਕ ਸਾਦਾ ਪਰਾਉਣਾ, ਓਏ ਤੂੰ ਇੱਕ ਸਾਦਾ ਪਰਾਉਣਾ। ਮਾਣ ਨਾ ਕਰੀ, ਇੱਕ ਸਾਦਾ ਪਰਾਉਣਾ ਆ। ਇੱਥੇ ਮੁੜ ਕੇ ਇਸ ਪੰਡਾਲ ਦੇ ਵਿੱਚ, ਸੰਸਾਰ ਦੇ ਵਿੱਚ ਮੁੜ ਕੇ ਦੁਬਾਰਾ ਨਹੀਂ ਆਉਣਾ। ਤੇਰੇ ਭਾਵੇਂ ਲੱਖਾਂ ਅਡੰਬਰ ਇੱਥੇ ਹੋਣ, ਤੇਰੀਆਂ ਮਹਿਲ ਬਾੜੀਆਂ ਕੋਠੀਆਂ, ਤੇਰੇ ਚਰਚ, ਤੇਰੇ ਮੰਦਰ, ਮਸਜਿਦ, ਗੁਰਦੁਆਰੇ ਜੋ ਵੀ ਤੂੰ ਬਣਾਏ ਆ, ਉਹ ਸਭ ਰਹਿ ਜਾਣੇ ਇੱਥੇ। ਤੂੰ ਦੇਖਣ ਤੱਕ ਨਹੀਂ ਆਉਣਾ। ਜੇ ਕਿਸੇ ਨੂੰ ਪਤਾ ਲੱਗ ਜਾਵੇ ਕਿ ਤੂੰ ਭੂਤ ਬਣ ਕੇ ਆ ਗਿਆ ਆ, ਤੂੰ ਬੋਲਦਾ ਆ ਕਿ ਮੈਂ ਬਣਾਇਆ ਸੀ, ਤਾਂ ਤੈਨੂੰ ਕੱਢਿਆ ਜਾਣਾ, ਤੈਨੂੰ ਅੱਗ ਲਾਈ ਜਾਣੀ ਯਿਸੂ ਨਾਮ ਦੇ ਵਿੱਚ। ਯਾਦ ਰੱਖੀ। ਬਣਾਉਣ ਵਾਲਿਆ ਬੜੇ ਬੜੇ ਮੰਦਰ, ਬਣਾਉਣ ਵਾਲਿਆ ਬੜੇ ਬੜੀਆਂ ਕੋਠੀਆਂ, ਬੜੇ ਬੜੇ ਹੰਕਾਰ, ਮੈਂ ਕਰਨ ਵਾਲਿਆ ਬੱਕਰਿਆ, ਉਹ ਤੇਰਾ ਇੱਥੇ ਹੈਗਾ ਹੀ ਕੀ ਆ? ਕਾਹਦੇ ਤੇ ਮੈਂ ਕਰਦਾ? ਬਚਨ ਪਰਮੇਸ਼ਰ ਦੇ ਆ, ਸਾਹ ਪਰਮੇਸ਼ਰ ਦੇ ਆ। ਤੇਰੇ ਵਿੱਚ ਦੀ ਹੋ ਕੇ ਉਹ ਬੋਲਦਾ, ਤੇਰੇ ਵਿੱਚ ਦੀ ਹੋ ਕੇ ਉਹ ਬੜੇ ਬੜੇ ਕੰਮ ਵੀ ਕਰਦਾ। ਪਰ ਜੇ ਤੂੰ ਮੈਂ ਕੀਤੀ ਬੱਕਰਿਆ, ਮੈਂ ਕਰਨ ਵਾਲਿਆ, ਤਾਂ ਫਿਰ ਪ੍ਰਭੂ ਨੇ ਆ ਕੇ ਤੈਨੂੰ ਕਹਿਣਾ ਮੈਂ ਤਾਂ ਤੈਨੂੰ ਜਾਣਦਾ ਵੀ ਨਹੀਂ ਤੂੰ ਕੀ ਕੀਤਾ।
ਕਿੱਡੇ ਕਿੱਡੇ ਕੰਮ ਕਰ ਲਈ ਭਾਵੇਂ। ਬਾਈਬਲ ਦੇ ਵਿੱਚ ਬਚਨ ਵਿੱਚ ਲਿਖਿਆ ਹੋਇਆ ਹੈਗਾ, ਇਹ ਗੱਲ ਲਿਖੀ ਹੋਈ ਹੈ। ਇਸ ਕਰਕੇ ਡਰੀਏ ਕੰਬੀਏ ਕਿਆ, ਡਰਦੇ ਤੇ ਕੰਬਦੇ ਹੋਏ ਪਰਮੇਸ਼ਰ ਦੇ ਘਰ ਨੂੰ ਆਓ। ਆਪਾਂ ਬਚਨ ਵਾਲਾ ਜਾਈਏ, ਆਪਾਂ ਬਚਨ ਕਿਹੜਾ ਰੱਖਣਾ ਆ, ਪ੍ਰਭੂ ਜੀ ਨੇ ਕਿਹੜਾ ਬਚਨ ਦਿੱਤਾ ਆ। ਧੰਨਵਾਦ। ਪਹਿਲਾਂ ਤਾਂ ਇੱਕ ਛੋਟਾ ਜਿਹਾ ਬਚਨ ਜਰਮਾਇਆ 33:3 'ਚ ਕਿਹਾ ਆ, ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਪਰਮੇਸ਼ਰ ਦੀ ਮਿਹਰ ਵੱਲੋਂ ਇਹ ਸਰੀਰ ਤੁਹਾਨੂੰ ਬੇਨਤੀ ਕਰਦਾ ਹੈ ਕਿ ਜਿਹੜਾ ਤੁਸੀਂ ਬਚਨ ਪੜ੍ਹੋ ਉਹਦੇ 'ਤੇ ਤੁਸੀਂ ਆਪਣਾ ਨਾਂ ਲਿਆ ਕਰੋ ਤਾਂ ਕਿ ਤੁਹਾਨੂੰ ਬਿਲੋਂਗ ਕਰੇ। ਜਿੱਦਾਂ ਜਰਮਾਇਆ 33:3 ਵਿੱਚ ਲਿਖਿਆ, ਉੱਥੇ ਆਪਣਾ ਨਾਂ ਲਾ ਦਿਓ। ਅੱਜ ਮੈਂ ਆਪਣਾ ਨਾਂ ਬੋਲਣਾ ਆ, ਜਦੋਂ ਤੁਸੀਂ ਇਹਨੂੰ ਸੁਣਨਾ ਆ, ਤੁਸੀਂ ਇਹਦੀ ਰਿਪੀਟਿੰਗ ਕਰਨੀ ਆ, ਤੁਸੀਂ ਇਹਦੀ ਇਸੇ ਤਰ੍ਹਾਂ ਹੀ ਪ੍ਰਾਰਥਨਾ ਆਪਣੇ ਘਰ ਵਿੱਚ ਕਰਨੀ ਆ। ਜਰਮਾਇਆ 33:3 ਵਿੱਚ ਪ੍ਰਭੂ ਜੀ ਲਿਖਿਆ ਆ, ਮੈਨੂੰ ਪੁਕਾਰ ਮੈਂ ਤੈਨੂੰ ਉੱਤਰ ਦਊਂਗਾ। ਇੱਥੇ ਮੈਂ ਨਾਂ ਲਊਂਗੀ ਆਪਣਾ, ਔਰ ਤੁਸੀਂ ਸਰੋਤਿਓ, ਪ੍ਰੇਮੀ ਜਨੋ, ਆਪਣਾ ਨਾਂ ਇੱਥੇ ਯੂਜ਼ ਕਰਿਓ ਜਦੋਂ ਪ੍ਰਾਰਥਨਾ ਕਰਨੀ ਹੈ। ਪ੍ਰਭੂ ਤੁਹਾਨੂੰ ਜ਼ਰੂਰ ਦੇਊਗਾ ਜਦੋਂ ਤੁਸੀਂ ਆਪਣਾ ਨਾਂ ਯੂਜ਼ ਕਰੋਗੇ। ਉੱਥੇ ਨਾ ਮੈਂ ਜਿਸ ਤਰ੍ਹਾਂ ਬੋਲ ਰਹੀ, ਹਰਭਜਨ ਮੈਨੂੰ ਪੁਕਾਰ, ਮੈਂ ਤੇਰੇ ਨਾਲ ਬੋਲਾਂਗਾ, ਮੈਨੂੰ ਪੁਕਾਰ ਅਤੇ ਮੈਂ ਤੇਰੇ ਨਾਲ ਬੋਲਾਂਗਾ। ਗੁੱਝੇ ਅਤੇ ਔਖੇ ਭੇਦ ਮੈਂ ਤੇਰੇ ਵਿੱਚ ਖੋਲਾਂਗਾ, ਜਿਨ੍ਹਾਂ ਨੂੰ ਅਜੇ ਤੱਕ ਤੂੰ ਨਹੀਂ ਜਾਣਿਆ, ਉਹ ਮੈਂ ਤੇਰੇ 'ਚ ਖੋਲੂੰਗਾ ਭੇਦ। ਔਖੀਆਂ ਗੱਲਾਂ ਅਤੇ ਗੁੱਝੇ ਭੇਦਾਂ ਨੂੰ ਮੈਂ ਤੇਰੇ ਵਿੱਚ ਖੋਲੂੰਗਾ। ਜਰਮਾਇਆ ਦੀ 33:3 ਵਿੱਚ। ਔਰ ਤੁਸੀਂ ਆਪਣਾ ਨਾਂ ਯੂਜ਼ ਹਰ ਥਾਂ 'ਤੇ ਜਿੱਥੇ ਬਿਲੋਂਗ ਕਰਦਾ ਨਾਂ ਕਿਸੇ ਦਾ, ਕਿਸੇ ਨਬੀ ਦਾ ਵੀ ਜ਼ਰੂਰ ਲੈ ਦਿਓ, ਪਰ ਫਿਰ ਨਾਲ ਆਪਣਾ ਵੀ ਦੁਹਰਾ ਦਿਓ। ਉਸ ਨਬੀ ਦੀ ਤੁਹਾਨੂੰ ਸੰਗਤ ਹੋ ਜੂਗੀ, ਪਰਮੇਸ਼ਰ ਤੁਹਾਨੂੰ ਉਹਨਾਂ ਪਤਵੰਤੇ ਸੱਜਣਾ 'ਚ ਬਿਠਾਊਗਾ, ਅਤੇ ਨਾਲ ਤੁਸੀਂ ਆਪਣਾ ਨਾਂ ਵੀ ਜੋੜ ਦਿਓ। ਉਹ ਤੁਹਾਡੀ ਬੇਨਤੀ ਤੁਹਾਡੇ ਨਾਂ ਨੂੰ ਬਿਲੋਂਗ ਕਰੂਗੀ, ਉਹ ਤੁਹਾਡੇ ਉੱਤੇ ਬਖਸ਼ਿਸ਼ ਪਾਊਗੀ, ਤੁਹਾਡੇ ਬਰਕਤ ਪਾਊਗੀ। ਇਹ ਗੱਲ ਸੱਚਾਈ ਆ। ਇਹ ਗੁੱਝੇ ਭੇਦ ਆ, ਇਹਨਾਂ ਭੇਦ ਦੀ ਸਮਝ ਪ੍ਰਭੂ ਦੇਵੇ ਤਾਂ ਫਿਰ ਉਹ ਭੇਦ ਕੰਮ ਕਰਦੇ ਆ। ਤਾਂ ਆਪਾਂ ਮਿਹਰ ਕਰੇ, ਪ੍ਰਭੂ ਦਇਆ ਕਰੇ, ਸਾਰਿਆਂ ਦੇ ਮਨ ਨੂੰ ਇਹ ਗੱਲ ਚੰਗੀ ਲੱਗੇ ਔਰ ਵਸ ਜਾਵੇ, ਸੱਚਾਈ ਵਸ ਜਾਵੇ। ਕਈ ਵਾਰੀ ਸ਼ੈਤਾਨ ਜਿਹੜਾ ਨਾ ਇਹ ਕਹਿੰਦਾ ਨਹੀਂ ਕੋਈ ਇੱਦਾਂ ਨਹੀਂ ਜ਼ਰੂਰੀ ਹੈਗੀ, ਇੱਦਾਂ ਦੀਆਂ ਗੱਲਾਂ ਇਹ ਦਿਮਾਗ ਦੇ ਵਿੱਚ ਪਾਉਂਦਾ ਆ, ਪਰ ਨਹੀਂ, ਬਹੁਤ ਸਾਵਧਾਨ ਹੋ ਕੇ ਸਾਨੂੰ ਬੋਲਣਾ ਪੈਂਦਾ ਆ, ਬਹੁਤ ਸਾਵਧਾਨ ਹੋ ਕੇ ਸਾਨੂੰ ਸੋਚ ਕੇ ਬਚਨ ਹੀ ਬੋਲਣ ਦੇ ਨਾਲ ਕਿ ਢੰਗ ਨਾਲ ਕੀ ਢੰਗ ਦੇ ਨਾਲ ਤਾਂ ਦਾਲ ਨਹੀਂ, ਜਿਹਨੂੰ ਮੂੰਗੀ ਦੀ ਦਾਲ ਇੱਕ ਬੜੀ ਸਭ ਤੋਂ ਸੌਖੀ, ਜਿਹਨੂੰ ਨਹੀਂ ਢੰਗ, ਉਹ ਮੂੰਗੀ ਦੀ ਦਾਲ ਵੀ ਇਹਨਾਂ ਨੂੰ ਬਣਾਉਣੀ ਆਉਂਦੀ ਹੈ। ਜਿਹਨੂੰ ਨਹੀਂ ਢੰਗ ਉਹਨੂੰ ਸਬਜ਼ੀ ਨਹੀਂ ਬਣਾਉਣੀ ਆਉਂਦੀ, ਅਤੇ ਜਿਹਨਾਂ ਨੂੰ ਢੰਗ ਹੈ ਉਹਨਾਂ ਵਾਸਤੇ ਕੁਛ ਮਾਲੂਮ ਹੀ ਨਹੀਂ। ਸਾਗ ਨਹੀਂ ਬਣਾਉਣਾ ਆਉਂਦਾ ਕਈਆਂ ਨੂੰ ਚੱਜ ਦਾ, ਸਬਜ਼ੀਆਂ ਨਹੀਂ ਬਣਾਉਣੀਆਂ ਆਉਂਦੀਆਂ ਕਈਆਂ ਨੂੰ, ਪਰ ਢੰਗ ਨਹੀਂ। ਢੰਗ ਦਾ ਤੁੜਕਾ ਭੁੱਜੇ, ਢੰਗ ਦਾ ਸਭ ਕੁਛ ਹੋਵੇ ਤਾਂ ਉਹੀ ਸਬਜ਼ੀ, ਉਹੀ ਮਟੀਰੀਅਲ ਪੈਂਦਾ, ਉਹੀ ਸਵਾਦ, ਉਹੀ ਕੰਮ ਕਰਦੀ, ਉਹੀ ਜਿੱਥੇ ਬੰਦਾ ਇੱਕ ਰੋਟੀ ਖਾਣੀ ਉੱਥੇ 2-2 3 ਖਾ ਜਾਂਦਾ ਹੈ। ਇਹੋ ਹੀ ਹੋਰ ਸਾਰਾ ਕੁਛ ਅਸੀਂ ਢੰਗ ਦੇ ਨਾਲ ਸਿੱਖ ਕਰਦੇ ਹਾਂ, ਪਰ ਪ੍ਰਭੂ ਦੇ ਲਈ ਕੋਈ ਗੱਲ ਨਹੀਂ ਜਿੱਦਾਂ ਮਰਜ਼ੀ ਕਰ ਲਿਆ। ਕਿਉਂ ਕੋਈ ਗੱਲ ਨਹੀਂ ਜਿੱਦਾਂ ਮਰਜ਼ੀ ਕਿੱਦਾਂ ਕਰ ਲਿਆ? ਇੱਦਾਂ ਨਹੀਂ ਹੋ ਸਕਦਾ। ਇਹ ਵੀ ਜਿੰਨਾ ਸਵਾਰਥ, ਜਿੰਨਾ ਪ੍ਰਭੂ ਦੇ ਕਹੇ ਅਨੁਸਾਰ, ਜਿੰਨਾ ਪ੍ਰਭੂ ਦੇ ਬਚਨ ਅਨੁਸਾਰ ਚੱਲਾਂਗੇ ਅਤੇ ਉਸ ਬਚਨ ਨੂੰ ਮੰਨਾਂਗੇ ਅਤੇ ਉਸ ਬਚਨ ਦੇ ਉੱਤੇ ਚੱਲਾਂਗੇ ਅਤੇ ਉਸ ਬਚਨ ਨੂੰ ਉਸੇ ਤਰ੍ਹਾਂ ਹੀ ਬੋਲਾਂਗੇ, ਤਾਂ ਉਹ ਸਾਡੇ 'ਤੇ ਘਰ ਵਿੱਚ ਔਰ ਸਾਡੇ ਸਰੀਰਾਂ 'ਤੇ ਕੰਮ ਕਰੂਗਾ। ਆਮੀਨ ਆਮੀਨ। ਅੱਜ ਆਪਾਂ ਬਚਨ ਕਰਨਾ ਆ ਕਿ ਬਹੁਤ ਕਈ ਪਾਸਟਰਾਂ ਨੂੰ, ਕਈ ਸੰਤਾਂ ਦਾਸਾਂ ਨੂੰ ਪੁੱਛਿਆ ਹੈ ਮੈਂ ਬਚਨ ਪ੍ਰਭੂ ਦਾ ਕਿ ਇਹਦੀ ਬੜੀ ਸਮਝ ਨਹੀਂ ਆਉਂਦੀ। ਲੂਕਾ ਚੈਪਟਰ 12 ਕੱਢੋ, ਤੁਸੀਂ ਆਪਣੀ ਬਾਈਬਲ ਖੋਲ੍ਹੋ। ਆਪਾਂ ਬਹੁਤ ਧੀਰਜ ਦੇ ਨਾਲ ਗੱਲ ਕਰਾਂਗੇ, ਹੌਲੀ ਗੱਲ ਕਰਾਂਗੇ।
ਲੂਕਾ ਦਾ ਚੈਪਟਰ ਕੱਢੋ 12। ਹਾਂਜੀ 12 ਚੈਪਟਰ ਦੀ ਆਇਤ 49 ਤੋਂ ਆਪਾਂ 48 ਤੱਕ ਪੜ੍ਹਾਂਗੇ। ਪ੍ਰਭੂ ਦੇ ਕੋਲ ਬੇਨਤੀ ਕੀਤੀ ਆ ਅਤੇ ਪ੍ਰਭੂ ਜੀ ਨੇ ਜਿਸ ਤਰ੍ਹਾਂ ਵਰਣਨ ਕਰਨ ਦੇ ਵਾਸਤੇ ਇਹ ਸੋਝੀ ਦਿੱਤੀ ਆ, ਆਪਾਂ ਇਹਨਾਂ ਗੱਲਾਂ ਨੂੰ ਅੱਜ ਪ੍ਰਭੂ ਕੋਲੋਂ ਲੈ ਕੇ ਅਤੇ ਪ੍ਰਗਟ ਕਰਾਂਗੇ। ਉਹਦਾ ਸਪੀਕਰ ਆ, ਇਹ ਜਾਣਿਓ, ਹਰਭਜਨ ਕੌਰ ਦਾ ਸਰੀਰ ਨਹੀਂ ਉਹਨੇ ਬਣਾਇਆ, ਉਹ ਬੋਲਦਾ, ਉਹਦੇ ਬਚਨ ਆ। ਮੇਰਾ ਕੋਈ ਗਿਆਨ ਨਹੀਂ, ਮੇਰਾ ਕੋਈ ਇਹਦੇ 'ਚ ਹਿੱਸਾ ਨਹੀਂ। ਪਰਮੇਸ਼ਰ ਮਿਹਰ ਕਰੇ, ਇੰਨਾ ਜੂਸ ਕਰੇ, ਇੰਨਾ ਜੂਸ ਕਰੇ ਕਿ ਇਹ ਉਹ ਪ੍ਰਭੂ ਦੇ ਕੰਮ ਆ ਜਾਵੇ ਸਰੀਰ। ਬਸ ਇੰਨੀ ਮੰਗ ਆ, ਉਹਦੇ ਕੰਮ ਆ ਜਾਵੇ। ਮਰਦੇ ਦਮ ਤੱਕ, ਅਖੀਰਲੇ ਸਾਹਾਂ ਤੱਕ ਪਰਮੇਸ਼ਰ ਦੇ ਕੰਮ ਆ ਜਾਵੇ। ਤੋ ਆਪਾਂ ਲੂਕਾ ਚੈਪਟਰ 12 ਦੀ ਆਪਾਂ 49 ਤੋਂ ਪੜ੍ਹਾਂਗੇ ਅਤੇ ਇਹਦਾ ਆਨਸਰ ਨਹੀਂ ਮੈਨੂੰ ਮਿਲਿਆ। ਆਨਸਰ ਨਾ ਮਿਲਣ ਦੇ ਕਾਰਨ ਫਿਰ ਮੈਂ ਪ੍ਰਭੂ ਜੀ ਨਾਲ ਗੱਲ ਕੀਤੀ ਕਿ ਆ ਪ੍ਰਭੂ ਪਾਪਾ ਮੈਨੂੰ ਇਹਦਾ ਆਨਸਰ ਦਿਓ, ਕਿਉਂਕਿ ਮੈਂ ਜਦੋਂ ਵੀ ਉਹਦੇ ਕੋਲੋਂ ਅਸੀਂ ਆਨਸਰ ਮੰਗਦੇ ਹਾਂ ਅਤੇ ਉਹ ਸਾਨੂੰ ਆਨਸਰ ਦਿੰਦਾ ਆ। ਕਿਉਂਕਿ ਮੈਨੂੰ ਬਹੁਤ ਆਨਸਰ ਜਿਹੜੇ ਕਈ ਪਾਸਟਰ, ਜਦੋਂ ਮੈਂ ਪ੍ਰਭੂ ਵਿੱਚ ਆਈ ਮੈਨੂੰ ਬਹੁਤਾ ਦੇਰ ਨਹੀਂ ਹੋਈ। ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਗੁਰਬਾਣੀ ਕੰਠ ਔਰ ਪਿਆਰ ਔਰ ਸ਼ਰਧਾ ਔਰ ਸਤਿਕਾਰ ਅੱਜ ਵੀ ਬਹੁਤ ਕਰਦੀ ਹਾਂ, ਕਿਉਂਕਿ ਉਹ ਪ੍ਰਭੂ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਪਰਮੇਸ਼ਰ ਦੇ ਨਾਲ ਸਿੱਧਾ ਜੋੜਦੀ ਆ ਔਰ ਨਿਰਮਤਾ ਔਰ ਮੂਰਤੀ ਪੂਜਾ ਤੋਂ ਬਿਲਕੁਲ ਟੋਟਲੀ ਰੋਕਦੀ ਆ। ਇਸ ਕਰਕੇ ਇਹਦੇ ਵਾਸਤੇ ਮੈਨੂੰ ਹਜੇ ਇੰਨਾ ਕੋਈ ਮੇਰੀ ਸਮਝ ਨਹੀਂ ਹੈਗੀ ਕਿ ਜਿੰਨੀ ਮੈਂ ਮਤਲਬ ਕਿ ਜਿੰਨੇ ਅੱਜ ਕੱਲ੍ਹ ਸਟੱਡੀਆਂ ਕੀਤੀਆਂ ਹੋਈਆਂ ਪ੍ਰਭੂ ਦੇ ਦਾਸਾਂ ਨੇ, ਮੈਂ ਉਹਨਾਂ ਵਿੱਚੋਂ ਨਹੀਂ ਹਾਂ। ਮੈਂ ਤਾਂ ਇੱਕ ਚੀਜ਼ ਜਿਹਾ ਪ੍ਰਭੂ ਨੇ ਮੈਨੂੰ ਬਾਹਾਂ ਪਕੜ ਪ੍ਰਭੂ ਕੀਨੀ ਰਾਣੀ ਬਿਠਾਲ ਲਿਆ ਆ ਅਤੇ ਆਪਾਂ ਇਹ ਪ੍ਰਭੂ ਦੇ ਅੱਗੇ ਗੱਲ ਰੱਖੀ ਸੀਗੀ ਅਤੇ ਪ੍ਰਭੂ ਨੇ ਇਸ ਅਰਥਾਂ ਨੂੰ ਸਮਝਾਇਆ, ਕਿਉਂਕਿ ਮੈਂ ਸੰਤੁਸ਼ਟ ਨਹੀਂ ਸੀਗੀ ਇਹਨਾਂ ਨੂੰ ਪੁੱਛ ਕੇ ਕਿ ਇਹਦੇ ਅਰਥ ਕਿਹੜੇ ਆ, ਅਤੇ ਜੋ ਮੈਨੂੰ ਅਰਥ ਮਿਲਦੇ ਸੀਗੇ ਸੰਤਾਂ ਦਾਸਾਂ ਦੇ ਕੋਲੋਂ, ਉਹ ਮੈਨੂੰ ਲੱਗਦੇ ਸੀ ਕਿ ਨਹੀਂ, ਪੂਰੇ ਨਹੀਂ ਟੁੱਕਦੇ, ਜੋ ਲਿਖਤ ਆ ਉਸ ਹਿਸਾਬ ਦੇ ਨਾਲ ਨਹੀਂ ਟੁੱਕਦੇ। ਤਾਂ ਇਹ ਪ੍ਰਭੂ ਜੀ ਤੁਸੀਂ ਦੱਸੋ। ਅਤੇ ਅੱਜ ਆਪਾਂ ਇਹਨਾਂ ਨੂੰ ਬਹੁਤ ਹੀ ਗਹਿਰੀਆਂ ਬਾਤਾਂ ਪ੍ਰਭੂ ਦੀਆਂ ਨੂੰ ਅੱਜ ਆਪਾਂ ਸਮਝਾਂਗੇ ਕਿ ਕੀ ਕਹਿ ਰਹੇ ਆ ਪ੍ਰਭੂ ਜੀ। ਲੂਕਾ ਚੈਪਟਰ 12 ਦੀ 49 ਤੋਂ 58 ਤੱਕ ਆਪਾਂ ਪੜ੍ਹਾਂਗੇ ਔਰ ਬਹੁਤ ਧਿਆਨ ਦੇਵਾਂਗੇ ਪਰਮੇਸ਼ਰ ਜੀ ਕੀ ਕਹਿਣਾ ਚਾਹੁੰਦੇ ਆ ਸਾਨੂੰ। ਅਤੇ ਅਸੀਂ ਇੱਥੇ ਆਣ ਕੇ ਕਈ ਵਾਰੀ ਅਰਥਾਂ ਦੇ ਗੱਲ ਨੂੰ ਸਾਨੂੰ ਨਹੀਂ ਪਤਾ ਲੱਗਦਾ, ਜਦੋਂ ਸਮਝ ਨਹੀਂ ਹੁੰਦੀ। ਕਈ ਵਾਰੀ ਜਿੰਨੀ ਵੀ ਪ੍ਰਭੂ ਕਿਸੇ ਨੂੰ ਦਿੰਦਾ ਉਹ ਸਭ ਚੰਗੀ ਆ, ਬਸ ਇੰਨੀ ਸਮਝ ਆ ਜਾਵੇ ਕਿ ਅਸੀਂ ਨਿਰਮਤਾ 'ਚ ਜੋ ਕੁਛ ਕਰਨਾ ਆ, ਪ੍ਰੇਮ 'ਚ ਕਰਨਾ ਆ, ਜੈਲਸ ਤੋਂ ਰਹਿਤ ਹੋ ਕੇ ਕਰਨਾ ਆ, ਹਲੀਮੀ ਅਤੇ ਸ਼ਾਂਤੀ ਵਿੱਚ ਰਹਿਣਾ ਆ, ਕਿਸੇ ਦਾ ਬੁਰਾ ਨਹੀਂ ਸੋਚਣਾ, ਕਿਸੇ ਤੋਂ ਉੱਚੇ ਨਹੀਂ ਆਪਣੇ ਆਪ ਨੂੰ ਬਣਾਉਣਾ। ਬਸ ਮੈਂ ਦੇ ਵਿੱਚੋਂ ਨਿਕਲ ਜਾਣਾ। ਬਸ ਪ੍ਰਭੂ ਜੀ ਸਭ ਕੁਛ ਤੇਰਾ ਆ। ਅਤੇ ਫਿਰ ਪ੍ਰਭੂ ਸਾਡੀਆਂ ਜੇ ਕੋਈ ਸਾਡੇ ਕੋਲ ਅਰਥ ਨਾ, ਅਸੀਂ ਕੋਈ ਜਾਣੂ ਨਹੀਂ ਹੈ ਅਸੀਂ, ਕਿਉਂਕਿ ਪ੍ਰਭੂ ਦੇ ਬਾਣੀ ਦੇ ਅਰਥ ਇੰਨੇ ਉੱਚੇ ਆ, ਉੱਥੇ ਤੱਕ ਕੋਈ ਪਹੁੰਚ ਨਹੀਂ ਸਕਦਾ। ਜੇ ਕੋਈ ਪਹੁੰਚਣਾ ਵੀ ਚਾਹਵੇ ਪਹੁੰਚ ਨਹੀਂ ਸਕਦਾ। ਉਹ ਅਸਮਾਨਾਂ ਦੀਆਂ ਛੱਤਾਂ ਤੋਂ ਜ਼ਿਆਦਾ ਉੱਚੇ ਆ, ਉਹਨਾਂ ਦੀਆਂ ਜੜ੍ਹਾਂ ਇਹਨਾਂ ਅਰਥਾਂ ਦੀਆਂ ਪਤਾਲਾਂ ਤੋਂ ਵੀ ਥੱਲੇ ਆ। ਅਸੀਂ ਤਾਂ ਹੈਗੇ ਮਿਡਲ ਦੇ, ਛੱਪੜ ਦੇ, ਚਿੱਕੜ ਦੇ ਡੱਡੂ, ਕੀ ਜਾਣੀਏ ਪ੍ਰਭੂ ਦੇ ਏਡੀਆਂ ਉੱਚੀਆਂ ਬਾਤਾਂ ਨੂੰ। ਇਸ ਕਰਕੇ ਜਿੰਨੀ ਪ੍ਰਭੂ ਕਰਾਵੇ ਉਨੀ ਨੂੰ ਤੁਸੀਂ ਐਨ ਆਪਾਂ ਇਹਨੂੰ ਜੋ ਪ੍ਰਭੂ ਸਮਝਾਉਂਦਾ ਆ ਆਪਾਂ ਉਹਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਨੀ ਆ ਕਿ ਸੱਚਾਈ ਥੋੜ੍ਹਾ ਬਹੁਤਾ ਰਾਹ ਸਾਨੂੰ ਜਿਵੇਂ ਭੀੜੀ ਗਲੀ 'ਚ ਆਪਾਂ ਵੜਨਾ ਆ, ਕਿਸੇ ਤਰ੍ਹਾਂ ਵੀ ਵੜੀਏ, ਭੀੜੀ ਗਲੀ 'ਚ ਵੜੀਏ ਅਤੇ ਅੱਗੇ ਆਪੇ ਖੁੱਲ੍ਹੀ ਆ ਜਾਊਗੀ, ਸੌਖਾ ਵੀ ਹੋ ਜਾਊਗਾ। ਆਪਾਂ ਇਹਨਾਂ ਨੂੰ ਸਮਝੀਏ ਕਿ ਪ੍ਰਭੂ ਜੀ ਕੀ ਕਹਿੰਦੇ ਆ। ਪ੍ਰਭੂ ਜੀ ਕਹਿੰਦੇ ਆ ਇੱਥੇ, ਮੈਂ ਧਰਤੀ ਉੱਤੇ ਅੱਗ ਲਾਉਣ ਆਇਆ ਹਾਂ।
ਧਰਤੀ ਉੱਤੇ ਮੈਂ ਅੱਗ ਲਾਉਣ ਆਇਆ ਹਾਂ। ਸਿੱਧੀ ਸਪਸ਼ਟ ਗੱਲ ਕਹੀ ਹੋਈ ਆ, ਮੈਂ ਧਰਤੀ ਉੱਤੇ ਅੱਗ ਲਾਉਣ ਆਇਆ ਹਾਂ। ਤੇ ਜਦੋਂ ਮੈਂ ਕਿਸੇ ਨੂੰ ਪੁੱਛਦੀ ਕਿ ਪ੍ਰਭੂ ਅੱਗ ਲਾਉਣ ਆਇਆ, ਤਾਂ ਇਹਦੇ ਨਾਲ ਜਿਹੜੇ ਅਰਥ ਮੈਨੂੰ ਦੱਸੇ ਜਾਂਦੇ ਉਹ ਤਾਂ ਗੱਲ ਤਾਲਮੇਲ ਨਹੀਂ ਖਾਂਦੇ। ਉਹ ਤਾਂ ਇੱਥੇ ਹੀ ਦੱਸੋ ਅੱਗ ਲਾਉਣ ਆਇਆ, ਮੈਂ ਤਾਂ ਐਸੇ ਹੀ ਅੱਗ ਦੀ ਗੱਲ ਕਰਨੀ ਆ, ਮੈਂ ਤਾਂ ਹੋਰ ਥਾਂ ਨਹੀਂ ਜਾਣਾ। ਮੈਂ ਪ੍ਰਭੂ ਦੇ ਦਾਸ ਨੂੰ ਕਿਹਾ ਨਹੀਂ, ਮੈਨੂੰ ਇਹੀ ਦੱਸੋ ਅੱਗ ਲਾਉਣ ਆਇਆ ਤੇ ਅੱਗ ਉਹਨੇ ਜ਼ਰੂਰ ਲਾਈ ਆ, ਕਿਉਂਕਿ ਪ੍ਰਭੂ ਦੇ ਬਚਨ ਝੂਠੇ ਨਹੀਂ। ਇੱਦਾਂ ਨਹੀਂ ਕਹਿ ਸਕਦਾ ਕਿ ਆਪਾਂ ਇਹ ਪੜ੍ਹ ਲਿਆ ਅਤੇ ਕਿਸੇ ਹੋਰ ਪਾਸੇ ਚਲੇ ਗਏ ਅਤੇ ਉਹਦਾ ਆਨਸਰ ਕਰ ਦਿੱਤਾ ਰਲਦਾ ਮਿਲਦਾ ਜੀ ਗੱਲ ਹੋਰ ਤਰ੍ਹਾਂ ਨਹੀਂ। ਉਹ ਕਹਿੰਦਾ ਆ ਪਰਮੇਸ਼ਰ ਜੋ ਕਰਦਾ ਆ, ਮੈਂ ਧਰਤੀ ਉੱਤੇ ਅੱਗ ਲਾਉਣ ਆਇਆ ਹਾਂ। ਇਹ ਗੱਲ ਬਿਲਕੁਲ ਸੱਚੀ ਆ, ਸੱਚੀ ਅੱਗ ਲਾਉਣ ਆਇਆ, ਝੂਠੀ ਨਹੀਂ। ਅਤੇ ਕਾਸ਼ ਕਿ ਉਹ ਹੁਣ ਤੱਕ ਲੱਗ ਚੁੱਕੀ ਹੁੰਦੀ, ਪਰ ਮੈਂ ਇੱਕ ਬਪਤਿਸਮਾ ਲੈਣਾ ਹੈ ਅਤੇ ਜਦ ਤੀਕਰ ਉਹ ਸੰਪੂਰਨ ਨਾ ਹੋਵੇ ਤਦ ਤੀਕਰ ਮੈਂ ਕਿਹੜਾ ਔਖਾ ਰਹਾਂਗਾ। ਗੱਲਾਂ ਸਮਝਣ ਵਾਲੀਆਂ, ਆਪਣੀਆਂ ਭਾਵੇਂ ਹੌਲੀ ਹੌਲੀ ਕਰਕੇ ਅੱਧੇ ਅੱਧੇ ਘੰਟੇ ਦੀਆਂ ਕਿੰਨੀਆਂ ਟੇਪਾਂ ਬਣ ਜਾਣ, ਕਿੰਨੇ ਚੈਪਟਰ ਭਾਗ ਬਣ ਜਾਣ, ਆਪਾਂ ਛੇਤੀ ਨਹੀਂ ਕਰਨੀ। ਆਪਾਂ ਸਹਿਜ ਪੱਕੇ ਸੋ ਮਿੱਠਾ ਹੋਏ, ਆਪਾਂ ਹੌਲੀ ਹੌਲੀ ਇਸ ਗੱਲ ਨੂੰ ਖੋਜਦੇ, ਜਿਹੜੀ ਪ੍ਰਭੂ ਖੋਜ ਦੇ ਰਿਹਾ ਨਾ, ਆਪਾਂ ਉਹਨੂੰ ਸਮਝਣਾ ਆ ਕਿ ਪ੍ਰਭੂ ਸੱਚੀ ਅੱਗ ਲਾਉਣ ਆਇਆ। ਪ੍ਰਭੂ ਕਹਿੰਦਾ ਮੈਂ ਬਪਤਿਸਮਾ ਅਜੇ ਲੈਣਾ ਆ, ਅਤੇ ਉਹਨਾਂ ਚਿਰ ਮੇਰੇ ਤੋਂ ਟਿਕ ਨਹੀਂ ਹੁੰਦਾ, ਚੈਨ ਨਹੀਂ ਆਉਂਦੀ ਕਿ ਕਿਹੜੀ ਘੜੀ ਬਪਤਿਸਮਾ ਲਵਾਂ ਅਤੇ ਮੈਨੂੰ ਬਪਤਿਸਮੇ ਤੋਂ ਬਾਅਦ ਹੁਕਮ ਆ ਫਿਰ ਮੈਂ ਅੱਗ ਲਾ ਦਿਆਂ ਧਰਤੀ ਦੇ ਉੱਤੇ। ਠੀਕ ਹੈ ਨਾ? ਸੁਣੋ, ਬਪਤਿਸਮਾ ਲੈਣਾ ਹੈ ਅਤੇ ਤਦ ਤਿਕਰ ਉਸ ਜਦ ਤੱਕ ਸਪੂਰਨ ਨਾ ਹੋਵੇ ਤਦ ਤਿਕਰ ਮੈਂ ਕਿੱਡਾ ਔਖਾ ਰਹਾਂਗਾ। ਕੀ ਤੁਸੀਂ ਸਮਝਦੇ ਹੋ ਭਈ ਮੈਂ ਧਰਤੀ ਉੱਤੇ ਮੇਲ ਕਰਾਉਣ ਆਇਆ? ਕੀ ਤੁਸੀਂ ਇਹ ਸਮਝਦੇ ਆ ਕਿ ਮੈਂ ਧਰਤੀ ਉੱਤੇ ਮੇਲ ਕਰਾਉਣ ਆਇਆ ਹਾਂ? ਮੈਂ ਤੁਹਾਨੂੰ ਆਖਦਾ ਹਾਂ ਨਹੀਂ, ਸਗੋਂ ਜੁਦਾਈ, ਕਿਉਂਕਿ ਇਦੋਂ ਅੱਗੇ ਇੱਕ ਘਰ ਦੇ ਪੰਜਾਂ ਵਿੱਚ ਜੁਦਾਈ ਹੋਵੇਗੀ। ਜਦੋਂ ਪ੍ਰਭੂ ਨੇ ਬਪਤਿਸਮਾ ਲੈ ਲਿਆ, ਜਿਹੜਾ ਕੰਮ ਪ੍ਰਭੂ ਕਰਨ ਆਇਆ ਉਹ ਪ੍ਰਭੂ ਕਰੂਗਾ। ਉਹ ਅੱਗ ਲਾਉਣ ਆਇਆ ਉਹ ਲਾਊਗਾ, ਉਹ ਪੰਜਾਂ ਨੂੰ ਜੁਦੇ ਕਰਨ ਆਇਆ ਉਹ ਕਰੂਗਾ। ਪਰ ਇੱਥੇ ਪੰਜਾਂ ਨੂੰ ਜੁਦੇ ਕਰਨ ਲਈ ਸਾਨੂੰ ਆਮ ਜਿੰਨਾ ਕੁ ਮੈਂ ਕਈਆਂ ਨੂੰ ਪੁੱਛਿਆ ਹੋਇਆ ਰੱਬ ਦੇ ਦਾਸਾਂ ਨੂੰ, ਤਾਂ ਮੈਨੂੰ ਇਹ ਆਨਸਰ ਮਿਲਿਆ ਕਿ ਇੱਕ ਘਰ ਵਿੱਚ ਲੜਾਈਆਂ ਹੋਣਗੀਆਂ, ਪੇ ਪੁੱਤ ਤੋਂ ਅਲੱਗ ਹੋਊਗਾ, ਧੀ ਮਾਂ ਤੋਂ, ਮਾਂ ਧੀ ਤੋਂ, ਨੂੰਹ ਸੱਸ ਤੋਂ, ਸੱਸ ਨੂੰਹ ਤੋਂ, ਜੇ ਉਹ ਹੋਊਗਾ। ਪਰ ਪ੍ਰਭੂ ਇੱਥੇ ਸੱਚ ਜਾਣਿਓ, ਪ੍ਰਭੂ ਨੇ ਕਿਹਾ ਤੁਹਾਡੀ ਲੜਾਈ ਕਿਸੇ ਲਹੂ ਮਾਸ ਨਾਲ ਨਹੀਂ। ਪ੍ਰਭੂ ਸਾਨੂੰ ਨਹੀਂ ਜੁਦਾਈ ਪਾਉਣ ਆਇਆ, ਸਾਡੀ ਨਹੀਂ ਜੁਦਾਈ ਪਾਉਣ ਆਇਆ। ਪ੍ਰਭੂ ਨੂੰ ਤਾਂ ਇੱਕ ਗੁਆਚੀ ਹੋਈ ਭੇਡ ਲੱਭਦੀ 99 ਦੇ ਵਿੱਚ ਤੋਂ ਪਰੇ, 99 ਨੂੰ ਛੱਡ ਕੇ ਤਾਂ ਗੁਆਚੀ ਨੂੰ ਲੱਭਣ ਜਾਂਦਾ ਆ, ਇੱਕ ਗੁਆਚੀ ਹੋਈ ਨੂੰ ਲੱਭਦਾ ਆ, ਖੁਸ਼ੀ ਮਨਾਉਂਦਾ ਆ ਜਦੋਂ ਲੱਭਦੀ ਆ। ਅਫਸੀਆ 6 ਦੇ ਵਿੱਚ ਲਿਖਿਆ ਕਿ ਤੁਸੀਂ ਪ੍ਰਭੂ ਦੇ ਸ਼ਸਤਰ ਵਸਤਰ ਧਾਰੋ, ਸੱਚਾਈ ਦੇ ਨਾਲ ਆਪਣੀ ਕਮਰ ਕੱਸ ਲਵੋ, ਧਰਮ ਦੀ ਸੰਜੋ ਪਹਿਨ ਲਵੋ, ਮਿਲਾਪ ਦੀ ਅਤੇ ਖੁਸ਼ਖਬਰੀ ਦੀ ਪੈਰੀਂ ਜੁੱਤੀ ਪਾ ਕੇ ਤਿਆਰੀ ਕਰਕੇ ਖਲੋ ਜਾਓ। ਮਿਲਾਪ ਦੀ ਅਤੇ ਖੁਸ਼ਖਬਰੀ ਦੀ, ਇਹਨਾਂ ਸਭਨਾਂ ਦੇ ਸਣੇ ਨੇਚਾ ਦੀ ਢਾਲ ਲਾ ਲਓ ਤਾਂ ਕਿ ਤੁਸੀਂ ਦੁਸ਼ਟ ਦੇ ਅਗਨਵਾਣਾ ਨੂੰ ਬੁਝਾ ਸਕੋਗੇ। ਸਹੀ ਹੈ ਨਾ? ਆਮੀਨ।
ਹਾਲੇਲੂਇਆ। ਅਗਣਵਾਣਾ ਨੂੰ ਬਜਾ ਸਕੋ। ਇਹ ਬਸਤਰ ਪਹਿਨ ਲਓ। ਦੇਖੋ ਪ੍ਰਭੂ ਤਾਂ ਸਾਨੂੰ ਬਸਤਰ ਪਹਿਨਾ ਰਿਹਾ ਆ। ਇੱਕ ਬੰਨੇ ਉਹ ਕਹਿੰਦਾ ਮੈਂ ਇਹਨਾਂ ਨੂੰ ਅੱਗ ਲਾਉਣਾ ਆ, ਘਰ ਘਰ ਵਿੱਚ ਪਾਟਕ ਪਾਉਣਾ ਆ। ਨਹੀਂ, ਘਰ ਘਰ ਵਿੱਚ ਪਾਟਕ ਕੌਣ ਪਾਉਣਾ ਆ? ਘਰ ਘਰ ਵਿੱਚ ਪਾਟਕ ਪਹਿਣਗੇ ਇਹ ਹੋਊਗਾ। ਉਹ ਹੀ ਤਾਂ ਬਾਹਰੀ ਸਾਨੂੰ ਸਾਰਿਆਂ ਨੂੰ ਦਿਸਦਾ ਆ ਵੀ ਘਰ ਘਰ ਮੰਦੀ ਹਾਲਤ ਹੋਈ ਪਈ ਆ, ਘਰ ਘਰ ਵਿੱਚ ਲੜਾਈਆਂ ਹੈਗੀਆਂ ਹੀ ਆ। ਇਹ ਸਾਨੂੰ ਅਰਥ ਕੱਢਣ ਦੀ ਕੀ ਅਰਥ ਕੀ ਅਸੀਂ ਕੱਢਿਆ, ਕਿਉਂਕਿ ਸਾਨੂੰ ਆਲਰੇਡੀ ਦਿਖ ਰਿਹਾ ਆ। ਘਰ ਘਰ ਲੜਾਈਆਂ, ਇੱਕ ਦੂਜੇ ਨਾਲ ਪੇ ਦੀ ਪੁੱਤ ਨਾਲ ਪੁੱਤ ਦੀ ਪੇ ਨਾ ਜੇ ਵੋ। ਪਰ ਪ੍ਰਭੂ ਨੇ ਤਾਂ ਨਹੀਂ ਪਾਈਆਂ ਇਹ, ਪ੍ਰਭੂ ਤਾਂ ਨਹੀਂ ਕਰਾਉਣ ਆਇਆ ਇਹ। ਅਸੀਂ ਇੱਥੇ ਗੱਲ ਠੋਕ ਦਿੰਦੇ ਹਾਂ ਪ੍ਰਭੂ ਦੇ ਉੱਤੇ ਕਿ ਪ੍ਰਭੂ ਆ ਜੋ ਹੋ ਰਿਹਾ ਆ ਪ੍ਰਭੂ ਉਹਦੇ ਬਾਰੇ ਕਹਿੰਦਾ ਆ। ਨਹੀਂ, ਪ੍ਰਭੂ ਉਹਦੇ ਬਾਰੇ ਨਹੀਂ ਕਹਿੰਦਾ। ਜੋ ਹੋ ਰਿਹਾ ਆ ਪ੍ਰਭੂ ਉਹਦੇ ਬਾਰੇ ਨਹੀਂ ਕਹਿੰਦਾ। ਜਿਹਦੇ ਬਾਰੇ ਪ੍ਰਭੂ ਕਹਿੰਦਾ ਤੁਸੀਂ ਆਪਾਂ ਸਾਰੇ ਸਮਝ ਦੇ ਨਾਲ ਅੱਗੇ ਪ੍ਰਭੂ ਕੋਲੋਂ ਮੰਗ ਕੇ ਚੱਲਾਂਗੇ। ਪ੍ਰਭੂ ਜੀ ਦੱਸਣਗੇ ਕਿ ਪ੍ਰਭੂ ਜੀ ਕੀ ਕਹਿੰਦਾ ਆ। ਦੇਖੋ ਨਿਚਾ ਦੀ ਢਾਲ ਲਾ ਲਈ ਹੈ, ਅਗਣਵਾਣਾ ਨੂੰ ਬੁਝਾ ਸਕੋ, ਮੁਕਤੀ ਦਾ ਟੋਪ ਲੈ ਲਓ। ਪਰਮੇਸ਼ਰ ਕਹਿੰਦਾ ਆਤਮਾ ਦੀ ਤਲਵਾਰ ਲੈ ਲਓ, ਜਿਹੜੀ ਪਰਮੇਸ਼ਰ ਦੀ ਬਾਣੀ ਆ। ਹਰ ਵੇਲੇ ਪ੍ਰਾਰਥਨਾ ਵਿੱਚ ਲੱਗੇ ਰਹੋ। ਹਰ ਵੇਲੇ ਆਪਣੇ ਸੰਤਾਂ ਲਈ ਬੇਨਤੀਆਂ ਕਰੋ, ਆਪਣੇ ਲਈ ਬੇਨਤੀਆਂ ਕਰੋ। ਹਰ ਵੇਲੇ ਜਦ ਮੈਂ ਮੂੰਹ ਖੋਲ੍ਹਾਂ ਤੇ ਖੁਸ਼ਖਬਰੀ ਦੇ ਭੇਦਾਂ ਨੂੰ ਖੋਲ੍ਹ ਦਿਆਂ। ਇਸ ਵੇਲੇ ਪ੍ਰਭੂ ਜੀ ਜਦ ਹਰਭਜਨ ਮੂੰਹ ਖੋਲ੍ਹੇ ਤੇ ਖੁਸ਼ਖਬਰੀ ਦੇ ਭੇਦਾਂ ਨੂੰ ਖੋਲ੍ਹ ਦੇਵੇ। ਇਹ ਪੁਕਾਰ ਸੁਣੀ ਮੇਰੇ ਪਰਮੇਸ਼ਰ, ਪੁਕਾਰ ਸੁਣੀ ਮੇਰੇ ਪਰਮੇਸ਼ਰ, ਪੁਕਾਰ ਸੁਣੀ। ਤੋ ਪਰਮੇਸ਼ਰ ਤਾਂ ਸਾਡੇ ਅੰਦਰੋਂ ਮੂੰਹ ਤੋਂ ਬੁਲਾਉਂਦਾ, ਖੁਸ਼ਖਬਰੀ ਦੇ ਭੇਦਾਂ ਨੂੰ ਖੋਲ੍ਹਣ ਲਈ ਆਇਆ। ਉਹ ਤੇ ਖੁਸ਼ਖਬਰੀ ਦੇ ਭੇਦਾਂ ਨੂੰ ਖੋਲ੍ਹਣ ਲਈ ਆਇਆ। ਉਹ ਤੇ ਮਿਲਾਪ ਦੀਆਂ ਸਾਡੇ ਪੈਰਾਂ ਵਿੱਚ ਜੁੱਤੀਆਂ ਪਾਉਣ ਦੇ ਲਈ ਆ ਗਿਆ। ਸਾਡੀ ਮਿਲਾਪ ਕਰਾਉਣ, ਪਰਿਵਾਰਾਂ ਦੇ ਮਿਲਾਪ ਕਰਾਉਣ ਲਈ ਆਇਆ। ਪਰ ਇੱਥੇ ਪ੍ਰਭੂ ਕਹਿ ਰਿਹਾ ਆ ਨਹੀਂ, ਮੈਂ ਮਿਲਾਪ ਨਹੀਂ। ਤੁਸੀਂ ਸਮਝਦੇ ਹੋ ਵੀ ਮੇਲ ਕਰਾਉਣ, ਤੁਸੀਂ ਸਮਝੋ ਮੈਂ ਤੁਹਾਨੂੰ ਤੁਸੀਂ ਸਮਝਦੇ ਹੋ ਕੀ ਤੁਸੀਂ ਸਮਝਦੇ ਹੋ ਭਈ ਮੈਂ ਧਰਤੀ ਉੱਤੇ ਮੇਲ ਕਰਾਉਣ ਆਇਆ ਹਾਂ? ਮੈਂ ਤੁਹਾਨੂੰ ਆਖਦਾ ਹਾਂ ਸਗੋਂ ਜੁਦਾਈ। ਅਸੀਂ ਇੱਥੇ ਦੁਨੀਆ ਦੀ ਜੁਦਾਈ ਨੂੰ ਦੇਖ ਕੇ, ਘਰਾਂ ਦੀ ਜੁਦਾਈ ਨੂੰ ਦੇਖ ਕੇ ਅਸੀਂ ਉਹ ਗੱਲ ਉੱਥੇ ਰੱਖ ਦਿੰਦੇ ਹਾਂ। ਪਰ ਇਹ ਜੁਦਾਈ ਪ੍ਰਭੂ ਨਹੀਂ ਪਾਉਣ ਆਇਆ। ਕਿਉਂ? ਅੱਗੇ ਜਾਓ, ਕਿਉਂਕਿ ਇੱਦੋਂ ਅੱਗੇ ਇੱਕ ਘਰ ਦੇ ਪੰਜਾਂ ਵਿੱਚ ਜੁਦਾਈ ਹੋਵੇਗੀ। ਹੁਣ ਆਪਾਂ ਇਸ ਗੱਲ ਨੂੰ ਸਮਝਣਾ ਆ ਕਿ ਹਰ ਘਰ ਦੇ ਵਿੱਚ ਪੰਜ ਹੀ ਆ, ਕਿਤੇ ਜ਼ਿਆਦੇ ਕਿਤੇ ਥੋੜ੍ਹੇ। ਹਰ ਘਰ ਦੇ ਵਿੱਚ ਮਤਲਬ ਹੀ ਨਹੀਂ ਕਿ ਹਰ ਘਰ ਦੇ ਵਿੱਚ ਪੰਜ ਹੋਣ। ਵੈਸੇ ਕਿਸੇ ਦੇ ਘਰ 'ਚ 5 ਜੀ ਹੋਣ ਤਾਂ ਵੱਖਰੀ ਗੱਲ ਆ। ਇੱਕ ਪਤੀ ਪਤਨੀ ਆ, 3 ਬੱਚੇ ਆ, ਮਤਲਬ 2 ਬੱਚੇ ਆ, ਕਿਸੇ ਦਾ 1 ਬੱਚਾ ਆ, ਕਿਸੇ ਦਾ ਕੋਈ ਵੀ ਨਹੀਂ ਬੱਚਾ, ਕਿਸੇ ਦੇ ਮਾਂ ਪਿਓ ਨਾਲ ਰਹਿੰਦੇ ਆ, ਉਹ ਵੀ ਇੱਕ ਪਤੀ ਪਤਨੀ ਆ। ਕਿਸੇ ਦੇ ਘਰ 7 ਜੀ ਆ, ਕਿਸੇ ਦੇ ਘਰ 10 ਜੀ ਆ, ਕਿਸੇ ਦੇ ਘਰ 5 ਜੀ ਆ, ਕਿਸੇ ਦੇ ਘਰ ਕੋਈ। ਪਰ ਪ੍ਰਭੂ ਨੇ ਤਾਂ 5 ਦੀ ਗੱਲ ਕੀਤੀ, ਪੂਰੀ 5 ਦੀ, 6ਵਾਂ ਨਹੀਂ ਕਿਹਾ। ਪ੍ਰਭੂ ਨੇ ਤਾਂ 5 ਦੀ ਗੱਲ ਕੀਤੀ, 6ਵੇਂ ਦੀ ਗੱਲ ਹੀ ਨਹੀਂ ਕੀਤੀ। ਦੇਖੋ ਚੰਗੀ ਤਰ੍ਹਾਂ ਦੇਖ ਲਓ ਫਿਰ ਅੱਗੇ। ਕਿਉਂਕਿ ਇੱਦੋਂ ਅੱਗੇ ਇੱਕ ਘਰ ਦੇ ਪੰਜਾਂ ਵਿੱਚ ਜੁਦਾਈ ਹੋਵੇਗੀ। 3 ਦੋਹਾਂ ਦੇ ਅਰ 2 ਤਿੰਨਾਂ ਦੇ ਵਿਰੁੱਧ ਉਹ ਅੱਡੋ ਅੱਡ ਹੋਣਗੇ। ਚੰਗੀ ਤਰ੍ਹਾਂ ਸੁਣ ਲਓ, ਅੱਡੋ ਅੱਡ ਹੋਣਗੇ। 5 ਹੀ ਅੱਡੋ ਅੱਡ ਹੋਣਗੇ। ਪ੍ਰਭੂ ਇਹਨਾਂ ਨੂੰ ਅੱਗ ਲਾਉਣ ਆਇਆ, ਧਰਤੀ ਉੱਤੇ ਅੱਗ ਲਾਉਣ ਆਇਆ ਹਾਂ। ਮੈਂ ਧਰਤੀ ਉੱਤੇ ਅੱਗ ਲਾਉਣ ਆਇਆ ਹਾਂ। ਇਹਨਾਂ ਪੰਜਾਂ ਨੂੰ, ਇਹਨਾਂ ਪੰਜਾਂ 'ਚੋਂ ਪ੍ਰਭੂ ਨੇ ਕੋਈ ਨਹੀਂ ਛੱਡਣਾ। ਸਾਡੀ ਮਰਜ਼ੀ ਆ। ਹੁਣ ਅਸੀਂ ਇਹਨਾਂ ਪੰਜਾਂ ਨੂੰ ਆਪਣੇ ਅੰਦਰ ਜਗ੍ਹਾ ਦੇਣੀ ਆ। ਅਤੇ ਸਾਡਾ ਕੀ ਹਾਲ ਹੋਊ, ਸਾਡੇ ਸਰੀਰ ਦਾ, ਸਾਡੀ ਧਰਤੀ ਦਾ ਕੀ ਹਾਲ ਹੋਊ। ਅਤੇ ਜੇ ਅਸੀਂ ਆਪਣੇ ਅੰਦਰ, ਆਪਣੇ ਘਰ ਵਿੱਚ ਜਿਹੜਾ ਮੇਰੇ ਪਰਮੇਸ਼ਰ ਨੇ ਮੰਦਰ ਬਣਾਇਆ, ਉਹ ਆਹ ਮੰਦਰ ਆ, ਇਹ ਮੇਰੇ ਪਰਮੇਸ਼ਰ ਦਾ ਮੰਦਰ ਆ। ਸੁਲੇਮਾਨ ਨੇ ਕਿਹਾ ਹੀਰੇ ਮੋਤੀ ਜੜਤ ਮੰਦਰ ਜਦੋਂ ਬਣਾਇਆ ਤੇ ਪ੍ਰਭੂ ਕਹਿੰਦਾ ਸੁਲੇਮਾਨ ਇਹ ਤਾਂ ਮੇਰੇ ਹੀ ਹੱਥਾਂ ਨੇ ਸਾਰਾ ਕੁਛ ਬਣਾਇਆ ਸੀ। ਮੈਂ ਤਾਂ ਇਹਨਾਂ ਮੰਦਰਾਂ ਵਿੱਚ ਰਹਿੰਦਾ ਨਹੀਂ। ਇਹ ਹੀਰੇ ਮੋਤੀ ਜੜਤ ਜੋ ਵੀ ਤੂੰ ਲਾਇਆ ਇਸ ਮੰਦਰ ਨੂੰ, ਇਹ ਤਾਂ ਮੇਰੇ ਹੱਥਾਂ ਨੇ ਇਹ ਚੀਜ਼ਾਂ ਬਣਾਈਆਂ। ਤੂੰ ਕੀ ਬਣਾਇਆ?
ਮੈਂ ਤਾਂ ਨਰਮ ਹਿਰਦਿਆਂ ਦੇ ਵਿੱਚ ਰਹਿਣਾ। ਜਿਹੜਾ ਮੰਦਰ ਮੈਂ ਬਣਾਇਆ, ਹਰ ਮੰਦਰ ਇਹ ਸਰੀਰ ਆ ਸਰੀਰ ਇਹ ਗੋਡ ਦਾ ਘਰ ਆ। ਟੈਂਪਲ ਆਫ ਜਿਹੜਾ ਇਹ ਟੈਂਪਲ ਆ ਨਾ, ਆਹ ਟੈਂਪਲ ਆ, ਟੈਂਪਲ ਆਫ ਗਾਡ। ਗੋਡ ਦਾ ਟੈਂਪਲ ਇਹ ਆ, ਗੋਡ ਦਾ ਘਰ ਇਹ ਆ, ਮੰਦਰ ਇਹ ਆ। ਇਹਨਾਂ ਨਰਮ ਹਿਰਦਿਆਂ ਉੱਤੇ ਉਹ ਰਹਿੰਦਾ ਆ। ਆਪਾਂ ਇੱਥੋਂ ਅੱਗੇ ਅੱਧਾ ਘੰਟਾ ਹੋ ਗਿਆ ਅਤੇ ਆਪਾਂ ਦੂਸਰਾ ਸ਼ੁਰੂ ਕਰ ਦਿੰਦੇ ਹਾਂ। ਹਾਲੇਲੂਇਆ, ਧੰਨਵਾਦ।